ਸਾਰਿਆਂ ਨੂੰ ਮੇਰੇ ਵੱਲੋਂ ਰਾਧਾ ਸਵਾਮੀ ਜੀ। ਅੱਜ ਇੰਦੌਰ ਦੇ ਵਿੱਚ ਯਾਨੀ ਕਿ 25 ਜਨਵਰੀ 2026 ਨੂੰ हुजूर जी ने इंदौर ਦੇ ਵਿੱਚ सत्संग फरमाया। आप जी ने ਅੱਜ ਜਿਹੜੀ ਬਾਣੀ ਲਿੱਤੀ ਉਹ ਸੀਗੀ स्वामी जी महाराज ਦੀ ਬਾਣੀ ਮਿੱਤਰ ਤੇਰਾ ਕੋਈ ਨਹੀਂ ਸੰਗੀਆਂ में। आप जी ने 1 घंटा 5 मिनट ਦਾ सत्संग ਉੱਥੇ फरमाया है। ਜਿਹੜੀ ਸੰਗਤ ਸੁਣਨਾ ਚਾਹੁੰਦੀ ਹੈ ਉਹਨਾਂ ਦੇ ਲਈ ਸਮਰੀ ਬਣਾਈ ਗਈ ਹੈ। ਜਿਨ੍ਹਾਂ ਨੇ ਵੀ ਸੁਣਨੀ ਹੈ ਬੜੀ ਖੁਸ਼ੀ ਦੇ ਨਾਲ ਸੁਣ ਸਕਦੀ ਹੈ ਜੀ। ਆਪ ਜੀ ਨੇ ਅੱਜ ਸ਼ਬਦ ਦੀ ਸ਼ੁਰੂਆਤ ਕੀਤੀ। मित्र तेरा कोई नहीं संगियन में, पड़ा क्यों सोवे इन ठगियन में, चित कर प्रीत करो सत्संग में, गुरु फिर रंग दे नाम अरंग में। आपने कहा कि ये जिहड़ी बाणी है ये स्वामी जी महाराज की बाणी है। आप जी इस बाणी के जरिए हमें इस दुनिया की जो सच्चाई है वो साडे सामने रख रहे हैं। हुजूर जी ने बड़े खोल के साडे सामने रखिया कि ये जिहड़ा शब्द है ये चेतावनी का शब्द है। देखो संत महात्मा का जिहड़ा आधार हुंदा है वो प्रेम का आधार हुंदा है। वो प्रेम के जरिए हमें समझाने की कोशिश करते हैं। लेकिन जद आप जी नूं कोई चेतावनी देनी पैंदी है कि जिस तो जिहड़ी संगत है वो जाग सके, आप जी फिर कठोर लफ्ज़ां का इस्तेमाल करते हैं। इत्थे भी सानू बड़े खोल के समझा रहे हैं कि मित्र तेरा कोई नहीं संगियन में। हुण सवाल उठता है कि मित्र कौन है। देखो मित्र ਉਹ ਹੁੰਦਾ ਹੈ ਜਿਹੜਾ ਸਾਰੀ ਜ਼ਿੰਦਗੀ ਸਾਡੀ ਸਾਰੀ ਅਵਸਥਾ ਦੇ ਵਿੱਚ ਸਾਡੇ ਨਾਲ ਰਵੇ। ਆਪਾਂ ਵੇਖੀਏ ਜਦ ਆਪਾਂ ਸਕੂਲ ਦੇ ਵਿੱਚ ਸੀਗੇ ਸਾਡੇ ਹੋਰ ਕੋਈ ਦੋਸਤ ਸੀਗੇ, ਸਾਡਾ ਮੁਹੱਲੇ ਦੇ ਵਿੱਚ ਸੀਗੇ ਮੁਹੱਲੇ ਦੇ ਵਿੱਚ ਹੋਰ ਕੋਈ ਦੋਸਤ ਸੀਗੇ, ਮੁਹੱਲਾ ਬਦਲਾ ਸਾਡੇ ਦੋਸਤ ਬਦਲ ਗਏ, ਇਹ ਸਕੂਲ ਬਦਲਾ ਸਾਡੇ ਦੋਸਤ ਬਦਲ ਗਏ। ਫਿਰ ਆਪਾਂ ਕਾਲਜਾਂ ਦੇ ਵਿੱਚ ਗਏ ਉੱਥੇ ਸਾਡੇ ਹੋਰ ਨਵੇਂ ਦੋਸਤ ਬਣ ਗਏ। ਕਾਲਜ ਬਦਲਾ ਫਿਰ ਆਪਾਂ ਕੰਮ ਕਾਜ ਦੇ ਵਿੱਚ ਗਏ ਉੱਥੇ ਸਾਡੇ ਹੋਰ ਕੋਈ ਯਾਰ ਦੋਸਤ ਹੋ ਗਏ। ਤਾਂ ਇੱਥੇ ਤਾਂ ਇੱਕ ਵੀ ਕੋਈ ਇਹੋ ਜਿਹੀ ਪਰਮਾਨੈਂਸੀ ਨਹੀਂ ਹੈ ਕਿ ਸਾਡਾ ਆਪਾਂ ਕਹਿ ਸਕੀਏ ਕਿ ਕੋਈ ਸਾਡੇ ਨਾਲ ਹਮੇਸ਼ਾ ਰਹਿ ਸਕੇ। ਤੇ ਜਿਹੜੀ ਚੀਜ਼ ਬਦਲਦੀ ਹੈ ਉਹ ਸੱਚ ਨਹੀਂ ਹੋ ਸਕਦੀ। ਤੇ ਸੱਚ ਕੌਣ ਹੈ? ਸੱਚ ਉਹ ਹੈ ਜਿਹੜਾ ਸਾਰੀ ਜ਼ਿੰਦਗੀ ਸਾਡੇ ਨਾਲ ਰਹਿੰਦਾ ਹੈ, ਭਾਵੇਂ ਆਪਾਂ ਜਿੰਦੇ ਹੋਈਏ ਭਾਵੇਂ ਆਪਾਂ ਇੱਥੇ ਤੋਂ ਚਲੇ ਜਾਈਏ, ਉਹ ਸਾਡੇ ਨਾਲ ਹਮੇਸ਼ਾ ਰਹੂਗਾ। ਉਹ ਕੌਣ ਹੈ? ਉਹ ਮਾਲਿਕ ਹੈ, ਉਹਦਾ ਨਾਮ ਹੈ। ਤਾਂ ਕਰਕੇ ਕਿਹਾ ਜਾਂਦਾ ਹੈ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ। हुजूर जी ने समझाया कि ਜਿਹੜੀ ਬਾਣੀ ਹੈ ਉਹਦੇ ਵਿੱਚ ਆਪ ਜੀ ਨੇ ਕਿਹਾ ਕਿ ਪੜਾ ਕਿਉਂ ਸੋਵੇ ਇਨ ਠਗੀਆਂ में। ਹੁਣ ਠੱਗ ਦੀ ਗੱਲ ਆਂਦੀ ਹੈ। ਦੇਖੋ 3 ਤਰੀਕੇ ਦੇ ਲੋਕ ਹੁੰਦੇ ਹਨ। ਇੱਕ ਹੁੰਦਾ ਹੈ ਜਿਹਨੂੰ ਆਪਾਂ ਡਾਕੂ ਕਹਿੰਦੇ ਹਨ, ਜਿਹੜਾ ਦਿਨ ਦਹਾੜੇ ਇਨ ਬ੍ਰੌਡ ਡੇ ਲਾਈਟ ਬੰਦੂਕ ਦੀ ਨੋਕ ਤੇ ਉੱਤੇ ਆਂਦਾ ਹੈ ਤੇ ਸਾਡਾ ਜਿਹੜਾ ਧਨ ਹੈ ਜਾਂ ਸਾਡਾ ਜੋ ਕੁਝ ਵੀ ਸਾਡੇ ਕੋਲ ਹੁੰਦਾ ਹੈ ਉਹ ਲੈ ਜਾਂਦਾ ਹੈ। ਉਹ ਬੰਦੂਕ ਦੇ ਤੌਰ ਦੇ ਉੱਤੇ ਆਂਦਾ ਹੈ, ਉਹਨੂੰ ਆਪਾਂ ਡਾਕੂ ਕਹਿੰਦੇ ਆ। ਬੜੀ ਕਲੈਰੀਫਿਕੇਸ਼ਨ ਹੁੰਦੀ ਹੈ ਕਿ ਬਈ ਇਹ ਡਾਕੂ ਹੈ। ਇੱਕ ਹੁੰਦਾ ਹੈ ਚੋਰ, ਜਿਹੜਾ ਰਾਤ ਦੇ ਅੰਧੇਰੇ ਦੇ ਵਿੱਚ ਆਂਦਾ ਹੈ, ਜਿਹਨੂੰ ਜਦ ਆਂਦਾ ਹੈ ਜਦ ਆਪਾਂ ਸੁੱਤੇ ਪਏ ਹੁੰਦੇ ਆ ਉਹ ਆਂਦਾ ਹੈ, ਰਾਤ ਨੂੰ ਦੇਖਦਾ ਹੈ ਸਾਰੇ ਸੁੱਤੇ ਗਏ ਅੰਧੇਰਾ ਹੋ ਗਿਆ ਹੈ, ਉਹ ਸਾਡੇ ਘਰ ਦੇ ਵਿੱਚ ਚੋਰੀ ਕਰਕੇ ਚਲਾ ਜਾਂਦਾ ਹੈ। ਉਸ ਨੂੰ ਵੀ ਆਪਾਂ ਕੈਟਾਗਰਾਈਜ਼ ਕਰ ਦਿੰਦੇ ਆ। ਲੇਕਿਨ ਇੱਕ ਹੁੰਦਾ ਹੈ ਠੱਗ, ਉਹ ਨਾ ਬੰਦੂਕ ਲੈ ਕੇ ਆਂਦਾ ਹੈ ਨਾ ਰਾਤ ਦੇ ਅੰਧੇਰੇ ਦੇ ਵਿੱਚ ਆਂਦਾ ਹੈ। ਉਹ ਸਾਡੀ ਸਾਰੀ ਜ਼ਿੰਦਗੀ ਦੇ ਵੀ ਸਾਡੇ ਨਾਲ ਰਹਿ ਕੇ ਸਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਨੂੰ ਠੱਗ ਕੇ ਚਲਾ ਜਾਂਦਾ ਹੈ। ਹੁਣ ਇਹੋ ਜਿਹੇ ਕਠੋਰ ਸ਼ਬਦ ਕਿਉਂ ਯੂਜ਼ ਕਰਨੇ ਪੈ ਰਹੇ ਹਨ? ਹੁਜੂਰ ਜੀ ਨੇ ਸਮਝਾਇਆ ਕਿ ਦੇਖੋ ਜਿਹੜੇ ਰਿਸ਼ਤੇ ਨਾਤੇ ਹਨ ਉਹਨਾਂ ਨੂੰ ਠੱਗ ਕਹਿ ਕੇ ਬਿਆਨ ਕੀਤਾ ਹੈ। ਕਿਉਂਕਿ ਦੇਖੋ ਰਿਸ਼ਤੇ ਨਾਤੇ ਜਿੰਨਾ ਚਿਰ ਪ੍ਰੇਮ ਤੱਕ ਹੈ, ਜਿੰਨਾ ਤੱਕ ਇਹਨਾਂ ਦਾ ਸਾਥ ਪ੍ਰੇਮ ਦਾ ਹੈ ਤਾਂ ਚੰਗਾ ਹੈ। ਲੇਕਿਨ ਜਿੰਨਾ ਚਿਰ ਮੋਹ ਬਣ ਜਾਂਦਾ ਹੈ ਫਿਰ ਇਹ ਠੱਗ ਬਣ ਜਾਂਦੇ ਨੇ। ਮੋਹ ਕਿਹਨੂੰ ਕਹਿੰਦੇ ਆ? ਦੇਖੋ ਸਭ ਤੋਂ ਪਹਿਲਾਂ ਸਾਨੂੰ ਪ੍ਰੇਮ ਸਮਝਣਾ ਹੈ। ਪ੍ਰੇਮ ਕੀ ਹੈ? ਪ੍ਰੇਮ ਉਹ ਅਵਸਥਾ ਹੈ ਜਦ ਆਪਾਂ ਕੁਰਬਾਨੀ ਦੀ ਜਿਹੜੀ ਭਾਵਨਾ ਹੈ ਉਹ ਆਪਾਂ ਲੈਂਦੇ ਹਾਂ, ਜਿਹਦੇ ਵਿੱਚ ਆਪਾਂ ਸੈਕਰੀਫਾਈਸ ਰੱਖਦੇ ਹਨ
ਕਿ ਆਪਾਂ ਆਪਣੇ ਤੋਂ ਪਹਿਲਾਂ ਦੂਜਿਆਂ ਦੇ ਵਾਸਤੇ ਸੋਚਦੇ ਹਨ ਤੇ ਕੋਈ ਚਾਹਤ ਨਹੀਂ ਰੱਖਦੇ ਏਵਜ ਦੇ ਵਿੱਚ। ਲੇਕਿਨ ਮੋਹ ਕਿਹਨੂੰ ਕਹਿੰਦੇ ਆ? ਮੋਹ ਕਹਿੰਦੇ ਆ ਜਦ ਆਪਾਂ ਕਿਸੇ ਦੇ ਨਾਲ ਰਹਿ ਕੇ ਉਹਨਾਂ ਤੋਂ ਆਪਣਾ ਕਾਮ ਕਢਵਾਈਏ ਜਾਂ ਐਕਸਪੈਕਟੇਸ਼ਨ ਰੱਖੀਏ ਜਾਂ ਚਾਹਤ ਰੱਖੀਏ। ਹੁਣ ਤੁਸੀਂ ਦੇਖੋ, ਮਾਂ-ਬਾਪ ਦਾ ਰਿਸ਼ਤਾ ਹੁੰਦਾ ਹੈ, ਸਭ ਤੋਂ ਵੱਡਾ ਰਿਸ਼ਤਾ ਮੰਨਿਆ ਜਾਂਦਾ ਹੈ, ਲੇਕਿਨ ਮਾਂ-ਬਾਪ ਨੂੰ ਵੀ ਕਿਤੇ ਇਹ ਮੋਹ ਰਹਿੰਦਾ ਹੈ ਕਿ ਬੁਢਾਪੇ ਦੇ ਵਿੱਚ ਜਾ ਕੇ ਉਹ ਜਿਹੜਾ ਬੱਚਾ ਹੈ ਉਹ ਉਹਨਾਂ ਦੀ ਸੇਵਾ ਕਰ ਸਕੀਏ। ਆਪਾਂ ਯਾਰ ਦੋਸਤ ਨੂੰ ਵੇਖ ਲਈਏ, ਯਾਰ ਦੋਸਤ ਸਾਡੇ ਕੋਲ ਰਹਿੰਦੇ ਆ, ਜਿੰਨਾ ਚਿਰ ਆਪਾਂ ਉਹਨਾਂ ਦੇ ਨਾਲ ਚੰਗਾ ਕਰਦੇ ਆ, ਉਹਨਾਂ ਦੇ ਲਈ ਫਾਇਦੇਮੰਦ ਰਹਿੰਦੇ ਆ। ਜਿੰਨਾ ਚਿਰ ਉਹਨਾਂ ਦਾ ਮਤਲਬ ਕੱਢ ਜਾਂਦਾ ਹੈ ਉਹ ਵੀ ਸਾਡਾ ਸਾਥ ਛੱਡ ਕੇ ਚਲੇ ਜਾਂਦੇ ਹਨ। ਤਾਂ ਭਾਈ ਫਿਰ ਸਾਡਾ ਹੈ ਕੌਣ? ਉਹੀ ਸਾਨੂੰ ਕਹਿ ਰਹੇ ਹਨ ਕਿ ਪੜਾ ਕਿਉਂ ਸੋਵੇ ਇਨ ਠਗੀਆਂ ਮੇਂ। ਤਾਂ ਅੱਜ ਆਪਾਂ ਹੁਜ਼ੂਰ ਜੀ ਨੇ ਸਮਝਾਇਆ ਕਿ ਅੱਜ ਆਪਾਂ ਗਹਿਰੀ ਨੀਂਦ ਦੇ ਵਿੱਚ ਸੁੱਤੇ ਪਏ ਹਨ ਕਿ ਸਾਨੂੰ ਤਾਂ ਇਹ ਵੀ ਅਹਿਸਾਸ ਨਹੀਂ ਹੈ ਕਿ ਸਾਡਾ ਸੱਚਾ ਕੌਣ ਹੈ ਤੇ ਸਾਡਾ ਝੂਠਾ ਕੌਣ ਹੈ। ਇਹ ਜਿਹੜੇ ਰਿਸ਼ਤੇ ਨਾਤੇ ਹਨ, ਇਹਨਾਂ ਦੀ ਜਿਹੜੀ ਹੱਦ ਹੈ ਉਹ ਸ਼ਮਸ਼ਾਨ ਘਾਟ ਤੱਕ ਹੈ। ਉਹਨਾਂ ਤੋਂ ਅੱਗੇ ਇਹ ਜਿਹੜੇ ਰਿਸ਼ਤੇ ਨਾਤੇ ਹਨ ਇਹ ਨਹੀਂ ਜਾ ਸਕਦੇ। ਸਾਨੂੰ ਸਮਝਣ ਦੀ ਲੋੜ ਹੈ। ਫਿਰ ਅੱਗੇ ਸਾਨੂੰ ਬਾਣੀ ਦੇ ਵਿੱਚ ਸਮਝਾ ਰਹੇ ਹਨ, ਧਨ ਸੰਪਤ ਤੇਰੇ ਕਾਮ ਨਾ ਆਵੇ, ਛੋੜ ਚਲੋ ਇਹ ਛਿਨ ਮੇ, ਆਗੇ ਰਹਿਨ ਅੰਧੇਰੀ ਭਾਰੀ, ਕਾਜ ਕਰੋ ਕੁਛ ਦਿਨ ਮੇ। ਫਿਰ ਹੁਜੂਰ ਜੀ ਨੇ ਸਮਝਾਇਆ ਕਿ ਭਾਈ ਇਹ ਜਿਹੜਾ ਧਨ ਦਾ, ਇਹ ਜਿਹੜੀ ਸੰਪਤੀ ਦਾ ਆਪਾਂ ਲੈ ਕੇ ਬੈਠੇ ਆ ਕਿ ਮੇਰੇ ਕੋਲ ਇੰਨਾ ਧਨ ਹੈ, ਮੇਰੇ ਕੋਲ ਇੰਨਾ ਮਾਨ सम्मान ਹੈ, ਭਾਈ ਇਹ ਤੇਰੇ ਕੰਮ ਨਹੀਂ ਆਊਗਾ। ਤੁਸੀਂ ਦੇਖੋ ਅੱਜ ਕੱਲ ਪੈਸੇ ਨੂੰ ਲੈ ਕੇ ਇੰਨੀ ਮਾਰਾਮਾਰੀ ਹੋ ਗਈ ਹੈ ਕਿ ਆਪਾਂ ਸਾਰਾ ਦਿਨ ਉਸ ਪੈਸੇ ਨੂੰ ਕਰਦੇ ਰਹਿੰਦੇ ਆ, ਲੇਕਿਨ ਉਸ ਮਾਲਿਕ ਦਾ ਧਿਆਨ ਹੀ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦਾ। ਆਪਾਂ ਤਾਂ ਇੰਨਾ ਐਟੀਟਿਊਡ ਲੈ ਕੇ ਚੱਲਦੇ ਆ ਕਿ ਪੈਸੇ ਦੇ ਵਾਸਤੇ ਆਪਾਂ ਆਪਣਾ ਸਭ ਕੁਝ ਗਵਾ ਕੇ ਬੈਠ ਰਹੇ ਹਾਂ। ਤੁਸੀਂ ਦੇਖੋ ਘਰ ਦੇ ਵਿੱਚ ਅੱਜ ਤੁਸੀਂ ਦੇਖੋ ਪੈਸੇ ਦੇ ਲੈ ਕੇ ਅਲੱਗ-ਅਲੱਗ ਅਕਾਊਂਟ ਤੱਕ ਹੋ ਗਏ ਹੈ। ਬੇਟਾ ਬਾਪ ਨੂੰ ਨਹੀਂ ਪੁੱਛਦਾ, ਬੱਚੇ ਆਪਣੇ ਪਿਓ ਨੂੰ ਨਹੀਂ ਪੁੱਛਦੇ, ਤੇ ਆਪਾਂ ਕਿੰਨੀ ਗਹਿਰਾਈ ਦੇ ਵਿੱਚ ਆਪਾਂ ਆਪਣੀ ਖਾਈ ਖਾ ਕੇ ਬੈਠ ਗਏ ਹਨ। ਫਿਰ ਕਹਿ ਰਹੇ ਹਨ, ਕਾਮ ਕਾਜ ਕਰੋ ਕੁਛ ਦਿਨ ਮੇ, ਕਿ ਆਪਾਂ ਨੂੰ ਦਿਨ ਕਹਿੰਦੇ ਆ ਜਦ ਆਪਾਂ ਵਕਤ ਦੇ ਵਿੱਚ ਕੁਝ ਕਰੀਏ। ਦਿਨ ਨੂੰ ਕੰਪੇਅਰ ਕੀਤਾ ਗਿਆ ਹੈ ਫॉर ਵਰਕਿੰਗ ਆਵਰਸ, ਕਿ ਜਦ ਆਪਾਂ ਕੁਝ ਭਜਨ ਸਿਮਰਨ ਕਰਾਂਗੇ, ਇਸ ਚੀਜ਼ ਨੂੰ ਉਸ ਦੇ ਉੱਤੇ ਲਾਵਾਂਗੇ ਤਾਂ ਸਾਰਾ ਕੁਝ ਹੋਵੇਗਾ। ਲੇਕਿਨ ਸਾਡੀ ਜਿਹੜੀ ਚਾਹਤ ਹੈ ਉਹ ਕਦੇ ਖਤਮ ਨਹੀਂ ਹੋ ਸਕਦੀ। ਆਸਾ ਪਰਵਤ ਚੇਟੀਆਂ ਮੌਤ ਤਰਾਵਾਂ ਹੇਠ, ਕਿ ਆਪਾਂ ਕਿੰਨੀ ਸਾਡੀ ਜਿਹੜੀ ਚਾਹਤਾਂ ਹਨ ਉਹ ਤਾਂ ਭਾਈ ਮਾਊਂਟ ਐਵਰੈਸਟ ਤੋਂ ਵੀ ਵੱਡੀ ਹੈ। ਮਾਊਂਟ ਐਵਰੈਸਟ ਛੋਟਾ ਪੈ ਜਾਊਗਾ, ਲੇਕਿਨ ਸਾਡੀ ਚਾਹਤ ਜਿਹੜੀ ਹੈ ਉਹ ਛੋਟੀ ਨਹੀਂ ਪੈ ਸਕਦੀ। ਸਾਨੂੰ ਇਹ ਸਮਝਣ ਦੀ ਲੋੜ ਹੈ। ਫਿਰ ਆਪ ਜੀ ਨੇ ਸਮਝਾਇਆ, ये देही फिर हाथ ना आवे, फिरो 84 बन में, गुरु सेवा कर गुरु रिझाओ, आओ तुम इस ढंग में। फिर आप जी ने समझाया कि ये जो देही है, ये जो शरीर है, ये बड़ी मुद्दता तो बाद उस मालिक ने सानू दिता है। जे ਆਪਾਂ ਇਸ ਦੀ ਕਦਰ ਨਹੀਂ ਕਰਾਂਗੇ ਤਾਂ ਭਾਈ ਫਿਰ ਪਤਾ ਨਹੀਂ ਸਾਨੂੰ ਇਹ ਮਿਲੇ ਜਾਂ ਫਿਰ ਨਾ ਮਿਲੇ। ਫਿਰ 84 ਬਨ ਮੇ, ਕਿ ਫਿਰ ਜਿਹੜਾ 84 ਦਾ ਜੇਲ ਖਾਨਾ ਹੈ, ਫਿਰ ਇਹਦੇ ਵਿੱਚ ਜਾ ਕੇ ਸਾਨੂੰ ਭਟਕਣਾ ਪਊਗਾ। गुरु सेवा कर गुरु रिझाओ, आओ तुम इस ढंग में, कि गुरु की सेवा करके ਆਪਾਂ ਨੂੰ ਗੁਰੂ ਨੂੰ ਰਿਝਾਣਾ ਹੈ। ਤਾਂ ਉਹ ਸੇਵਾ ਕਿਹੜੀ ਹੈ? ਉਹ ਸੇਵਾ ਹੈ ਭਾਈ ਭਜਨ ਸਿਮਰਨ ਦੀ ਸੇਵਾ। ਆਪ ਜੀ ਸਮਝਾਉਂਦੇ ਹਨ ਕਿ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ। ਗੁਰੂ ਇਹੋ ਜਿਹਾ ਚਾਹੀਦਾ ਜਿਹੜਾ ਸ਼ਿਸ਼ ਤੋਂ ਕਛੂ ਨਾ ਲੇ, ਸ਼ਿਸ਼ ਇਹੋ ਜਿਹਾ ਚਾਹੀਦਾ ਜਿਹੜਾ ਗੁਰੂ ਨੂੰ ਸਰਵਸ ਦੇ। ਕਿ ਆਪਾਂ ਨੂੰ ਤਾਂ ਇਹੋ ਜਿਹੀ ਅਵਸਥਾ ਬਣਾਣੀ ਹੈ ਕਿ ਜਦ ਆਪਾਂ ਉਸ ਨਾਮ ਨੂੰ ਧਿਆਵਾਂਗੇ ਤਾਂ ਜਾ ਕੇ ਸਾਡਾ ਕੁਝ ਹੋ ਸਕਦਾ ਹੈ। ਆਪ ਜੀ ਨੇ ਕਿਹਾ, ਮਾਨਸ ਜਨਮ ਦੁਰਲਭ ਹੈ, ਕਿ ਇਹ ਜਿਹੜਾ ਜਨਮ ਸਾਨੂੰ ਮਿਲਿਆ ਹੈ ਇਹ ਦੁਰਲਭ ਹੈ। ਆਪਾਂ ਨੂੰ ਇਹਨਾਂ ਨੂੰ ਨਹੀਂ ਗਵਾਉਣਾ ਹੈ। ਆਪਾਂ ਨੂੰ ਭਜਨ ਬੰਦਗੀ ਕਰਕੇ ਅੱਗੇ ਵਧਣਾ ਹੈ। ਫਿਰ ਅੱਗੇ ਸਾਨੂੰ ਸਮਝਾ ਰਹੇ ਹਨ, ਜਗਤ ਜਾਲ ਮੇ ਫਸੋ ਨਾ ਭਾਈ, निस दिन रहो भजन में, साध गुरु का कहना मानो, रहो उदास जगत में। आप जी समझा रहे हैं कि ये जड़ा जगत दा जाल है, इन्हों वैब कह के बयान कर रहे हैं कि ये जड़ा जाल है इहदे विच आपां सारे फसे हुए हैं। आपां सोचते हैं कि आपां आजाद हैं, लेकिन भाई आपां आजाद नहीं हैं। आपां तां सारा दिन इहदे विच फसे हुए हैं। तुसीं देखो आपां पूरी जिंदगी भजदे रहंदे आ, रात ਨੂੰ ਵੀ ਸਾਨੂੰ ਨੀਂਦ ਨਹੀਂ ਆਉਂਦੀ। ਆਪਾਂ ਕਲਬਾਂ ਦੇ ਵਿੱਚ ਜਾਂਦੇ ਆ, ਹੋਲ ਨਾਈਟ ਆਪਾਂ ਉੱਥੇ ਸਪੈਂਡ ਕਰਦੇ ਆ। ਆਪਾਂ ਨੂੰ ਆਪਣਾ ਤਾਂ ਖਿਆਲ ਵੀ ਨਹੀਂ ਹੁੰਦਾ ਕਿ ਆਪਾਂ ਨੂੰ ਸੋਣਾ ਵੀ ਕਦ ਹੈ। ਆਪਾਂ ਤਾਂ ਘੁੰਮਦੇ ਰਹਿੰਦੇ ਆ, ਆਪਾਂ ਕਦੇ ਉਹਦਾ
ਮਾਲਕ ਦਾ ਧਿਆਨ ਹੀ ਨਹੀਂ ਆਪਣੇ ਵਿੱਚੋਂ ਲਾਂਦੇ। ਅੱਜ ਆਪਾਂ ਨੇਚਰ ਨੂੰ ਡਿਸਟਰੋਏ ਕਰਕੇ ਬਹਿ ਗਏ ਹਨ। ਤੁਸੀਂ ਦੇਖੋ ਪ੍ਰਕਿਰਤੀ ਨੂੰ ਆਪਾਂ ਨੇ ਇੰਨਾ ਬਰਬਾਦ ਕਰ ਦਿੱਤਾ ਹੈ। ਪਹਿਲਾਂ ਸਾਨੂੰ 100 ਫੁੱਟ ਦੇ ਵਿੱਚ ਪਾਣੀ ਮਿਲ ਜਾਂਦਾ ਸੀ, ਲੇਕਿਨ ਅੱਜ 300 ਫੁੱਟ ਵੀ ਖੋਦਿਆ ਜਾ ਰਹਾ ਹੈ, ਪਾਣੀ ਨਹੀਂ ਮਿਲਦਾ। ਆਪਾਂ ਨੇ ਹਰ ਤਰਫ ਆਗ ਲਗਾ ਰੱਖੀ ਹੈ। ਆਪਾਂ ਮੌਸਮ ਨੂੰ ਖਰਾਬ ਕਰ ਰਹੇ ਹਨ, ਆਪਾਂ ਨੇਚਰ ਨੂੰ ਖਰਾਬ ਕਰ ਰਹੇ ਹਨ। ਆਪਾਂ ਤਾਂ ਆਪਣੇ ਜਿੱਥੇ ਰਹਿ ਰਹੇ ਹੋ ਉਹਨੂੰ ਹੀ ਚੰਗਾ ਨਹੀਂ ਬਣਾ ਰਹੇ ਹਨ। ਹਜ਼ੂਰ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਤਾਂ ਪੂਰੀ ਜ਼ਿੰਦਗੀ ਇਸ ਨੂੰ ਬਰਬਾਦ ਕਰਨ ਵਾਸਤੇ ਲੱਗੇ ਹੋਏ ਹਨ। ਤਾਂ ਕਰਕੇ ਕਿਹਾ ਜਾਂਦਾ ਹੈ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਭ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਕਿ ਜਦ ਸਾਡੇ ਜਵਾਬਦੇਹੀ ਹੋਵੇਗੀ ਫਿਰ ਸਾਡੇ ਤੋਂ ਪੁੱਛਿਆ ਜਾਵੇਗਾ ਕਿ ਆਪਾਂ ਨੇ ਆਪਣੀ ਜ਼ਿੰਦਗੀ ਘੁੰਮ ਕੇ ਬਤਾ ਦਿੱਤੀ, ਇਕੱਠਾ ਕਰਨ ਵਾਸਤੇ ਨਿਭਾ ਦਿੱਤੀ, ਲੇਕਿਨ ਜਦ ਸਾਡੇ ਤੋਂ ਲੇਖਿਆ ਮੰਗਾ ਜਾਊਗਾ ਆਪਾਂ ਕੀ ਜਵਾਬ ਦੇਵਾਂਗੇ। ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ, ਕਿ ਤੈਨੂੰ ਕਿਸ ਵਾਸਤੇ ਮੈਂ ਇੱਥੇ ਭੇਜਿਆ ਸੀ, ਕਿ ਤੂੰ ਇਸ ਵਾਸਤੇ ਕੀ ਕਰਕੇ ਉੱਥੇ ਆਇਆ ਹੈ। ਫਿਰ ਆਪਾਂ ਉੱਥੇ ਕੀ ਜਵਾਬ ਦੇਵਾਂਗੇ। ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਜ਼ੂਰ ਜੀ ਨੇ ਬੜੇ ਸਖਤ ਲਫ਼ਜ਼ਾਂ ਦੇ ਉੱਤੇ ਸਮਝਾਇਆ ਕਿ ਅੱਜ ਆਪਾਂ ਕੱਲ ਨਹੀਂ ਮੰਨ ਰਹੇ ਹਨ, ਆਪਾਂ ਸਾਰੀ ਜ਼ਿੰਦਗੀ ਭੱਜਦੇ ਰਹਿੰਦੇ ਹਾਂ। ਤਾਂ ਕਰਕੇ ਸੰਤਾਂ ਮਹਾਤਮਾ ਨੂੰ ਚੇਤਾਵਨੀ ਦਾ ਸ਼ਬਦ ਲੈਣਾ ਪੈਂਦਾ ਹੈ, ਕਠੋਰ ਅਵਸਥਾ ਦੇ ਵਿੱਚ ਆਉਣਾ ਪੈਂਦਾ ਹੈ ਜਦ ਆਪਾਂ ਸਮਝਦੇ ਨਹੀਂ ਹਨ। ਫਿਰ ਅੱਗੇ ਸਾਨੂੰ ਸਮਝਾ ਰਹੇ ਹਨ, छल बल छोड़ो और चतुराई, क्यों तुम पढ़ो कुगत में, सुमिरन करो गुरु को सेवो, चल रहो आज गगन में। ਫਿਰ ਸਾਨੂੰ ਸਮਝਾ ਰਹੇ ਹਨ ਕਿ ਆਪਾਂ ਤਾਂ ਪਰਮਾਰਥ ਦੇ ਵਿੱਚ ਵੀ ਛਲ ਬਲ ਲੈ ਕੇ ਆ ਜਾਂਦੇ ਹਨ। ਆਪਾਂ ਸੋਚਦੇ ਹਾਂ ਛਲ ਬਲ ਦੇ ਨਾਲ ਆਪਾਂ ਅੱਗੇ ਪਹੁੰਚ ਜਾਵਾਂਗੇ, ਨਹੀਂ ਪਹੁੰਚ ਸਕਦੇ। ਆਪ ਜੀ ਨੇ ਸਖਤ ਲਫ਼ਜ਼ਾਂ ਦੇ ਉੱਤੇ ਸਮਝਾਇਆ ਕਿ ਆਪਾਂ ਸੋਚਦੇ ਹਾਂ ਕਿ ਆਪਾਂ ਕਿਸੇ ਤੀਰਥ ਦੇ ਵਿੱਚ ਜਾ ਕੇ, ਕਿਸੇ ਸਰੋਵਰ ਦੇ ਵਿੱਚ ਜਾ ਕੇ ਸਾਡੀ ਪਾਰੋ ਤਾਰਾ ਹੋ ਜਾਊਗਾ, ਤਾਂ ਨਹੀਂ ਹੋ ਸਕਦਾ। ਜੇ ਸਰੋਵਰ ਦੇ ਵਿੱਚ ਨਹਾਉਣ ਤੋਂ ਤੁਹਾਡਾ ਸਾਰਾ ਕੁਝ ਹੋ ਜਾਂਦਾ ਤਾਂ ਜਿਹੜੀ ਮੱਛਲੀਆਂ ਉਹਦੇ ਵਿੱਚ ਰਹਿੰਦੀਆਂ ਸਭ ਤੋਂ ਪਹਿਲਾਂ ਤਾਂ ਉਹਦਾ ਪਾਰੋ ਤਾਰਾ ਹੋਣਾ ਸੀ। ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਨਿਸ ਦਿਨ ਰਹੋ ਭਜਨ ਮੇ, ਕਿ ਸਿਰਫ ਭਜਨ ਸਿਮਰਨ ਹੀ ਉਹ ਅਵਸਥਾ ਹੈ ਜਿਹੜੀ ਸਾਨੂੰ ਉੱਥੇ ਪਾਰ ਲੈ ਜਾ ਸਕਦੀ ਹੈ। ਜੇ ਆਪਾਂ ਸੱਚ ਵੀ ਸੋਚ ਰਹੇ ਹਨ ਕਿ ਆਪਾਂ ਨੂੰ ਉਸ ਮਾਲਿਕ ਦੇ ਨਾਲ ਮਿਲਣਾ ਹੈ ਤਾਂ ਭਜਨ ਸਿਮਰਨ ਦੇ ਵਿੱਚ ਲੱਗਣਾ ਹੈ। ਕਿਉਂ ਤੁਮ ਪੜੋ ਕੁਗਤੀ ਮੇ, ਕਿ ਆਪਾਂ ਕੁਗਤੀ ਦੇ ਵਿੱਚ ਫਸੇ ਹੋਏ ਹਨ। ਆਪਾਂ ਸੋਚਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਕਰਕੇ ਆਪੇ ਅੱਗੇ ਪਹੁੰਚ ਜਾਵਾਂਗੇ, ਨਹੀਂ ਪਹੁੰਚ ਸਕਦੇ। ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਾਂ ਅੱਜ ਉਸ ਦਾ ਜਿਹੜਾ ਭਾਣਾ ਹੈ ਉਹਨੂੰ ਨਹੀਂ ਮੰਨ ਰਹੇ ਹਨ। ਤਾਂ ਕਰਕੇ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਇਸ ਚੀਜ਼ ਦੇ ਉੱਤੇ ਆ ਗਈ ਹੈ। ਆਪ ਜੀ ਨੇ ਬੜਾ ਖੁੱਲ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਪਾਂ ਦੇ ਵਿੱਚ ਪੇਸ਼ੈਂਸ ਨਹੀਂ ਹੈ, ਆਪਾਂ ਭੱਜਦੇ ਫਿਰਦੇ ਆ, ਸਾਡੀ ਚਾਹਤਾ ਕਮ ਨਹੀਂ ਹੋ ਰਹੀ ਹੈ। ਫਿਰ ਅੱਗੇ ਬਾਣੀ ਦੇ ਵਿੱਚ ਉਹਨਾਂ ਨੇ ਸਮਝਾਇਆ ਕਿ ਸੁਮਰਨ ਕਰੋ ਗੁਰੂ ਕੋ ਸੇਵੋ, ਚਲ ਰਹੋ ਆਜ ਗगन में, ਕਿ ਆਪਾਂ ਉਸ ਸਿਮਰਨ ਨੂੰ ਕਰਾਂਗੇ, ਉਸ ਗੁਰੂ ਨੂੰ ਸੇਵਾਂਗੇ ਤਾਂ ਭਾਈ ਜਾ ਕੇ ਫਿਰ ਉਸ ਗगन ਤੱਕ ਪਹੁੰਚਾਂਗੇ, ਫਿਰ ਉਹ ਸੱਚਖੰਡ ਤੱਕ ਪਹੁੰਚਾਂਗੇ। ਨਹੀਂ ਤਾਂ ਭਾਈ ਇੱਥੇ ਦੇ ਇੱਥੇ ਸਾਪਾ ਤਰੇ ਰਹਿ ਜਾਵਾਂਗੇ। ਫਿਰ ਅੱਗੇ ਆਪਾਂ ਨੇ ਸਮਝਾਇਆ, ਕਾਲ ਕਲ ਕੀ ਖਬਰ ਕਾਲ ਫਿਰ ਲੇਗਾ, ਵਹਾਂ ਤੁਮ ਜਲੋ ਅਗਨ में। ਫਿਰ ਥੋੜਾ ਜਿਹਾ ਸਾਨੂੰ ਵਾਰਨਿੰਗ ਦੀ ਤਰਫ ਲੈ ਕੇ ਜਾ ਰਹੇ ਹਨ ਕਿ ਜੇ ਆਪਾਂ ਸੋਚ ਰਹੇ ਹਨ ਕਿ ਆਪਾਂ ਇੱਥੇ ਕੁਝ ਵੀ ਕਰੀ ਜਾਵਾਂਗੇ, ਸਾਡਾ ਕੁਝ ਨਹੀਂ ਹੋਵੇਗਾ, ਭਾਈ ਫਿਰ ਉੱਥੇ ਧਰਮਰਾਜ ਦੇ ਜਾ ਕੇ ਸਾਡਾ ਹਿਸਾਬ ਕਿਤਾਬ ਹੋਵੇਗਾ। ਫਿਰ ਸਾਨੂੰ ਹਿਸਾਬ ਕਿਤਾਬ ਦੇਣਾ ਪਊਗਾ। ਫਿਰ ਆਪਾਂ ਨੇ ਰੋਣਾ ਨਹੀਂ ਹੈ ਕਿ ਆਪਾਂ ਕੀ ਕਰਕੇ ਆਏ ਹਾਂ। ਫਿਰ ਜਿਹੜੀ ਖਬਰ ਹੈ ਉਹ ਕਾਲ ਲੇਊਗਾ, ਫਿਰ ਉਹ ਸਾਨੂੰ ਉਸ ਤਰੀਕੇ ਦੇ ਨਾਲ ਦੇਖੂਗਾ। ਫਿਰ ਜਲੋ ਅਗਨ में, ਫਿਰ ਉੱਥੇ ਆਗ ਦਾ ਐਗਜ਼ਾਮਪਲ ਲੈ ਰਹੇ ਹਨ ਕਿ ਉੱਥੇ ਫਿਰ ਸਾਰਾ ਕੁਝ ਹਿਸਾਬ ਉਸ ਤਰੀਕੇ ਦੇ ਨਾਲ ਹੋਵੇਗਾ। ਹਜ਼ੂਰ ਜੀ ਨੇ ਸਮਝਾਇਆ ਕਿ ਇਹ ਜਿਹੜੇ ਰਿਸ਼ਤੇ ਨਾਤੇ ਹਨ ਇਹ ਸਾਡੇ ਨਾਲ ਸਦਾ ਨਹੀਂ ਰਹਿ ਸਕਦੇ। ਆਪ ਜੀ ਨੇ ਕਿਹਾ, ਸੰਗ ਸਖਾ ਸਭ ਤਜ ਗਏ, ਕੋਈ ਨਾ ਨਿਭਿਓ ਸਾਥ, ਕਿ ਜਿਹੜੇ ਸੰਗੀ ਸਾਥੀ ਸੀ ਸਭ ਤਜ ਜਾਵਾਂਗੇ, ਕੋਈ ਨਾ ਨਿਭਿਓ ਸਾਥ। ਆਪ ਜੀ ਨੇ ਮਹਾਰਾਜ ਜੀ ਦਾ ਐਗਜ਼ਾਮਪਲ ਲੈਂਦਾ ਕਿ ਮਹਾਰਾਜ ਜੀ ਐਗਜ਼ਾਮਪਲ ਲੈਂਦੇ ਹੁੰਦੇ ਸੀ ਕਿ ਇੱਕ ਲਹਿਰ ਹੁੰਦੀ ਹੈ, ਇੱਕ ਲਹਿਰ ਆਂਦੀ ਹੈ ਜਿਵੇਂ ਲੱਕੜੀਆਂ ਨੂੰ ਇਕੱਠੀਆਂ ਕਰ ਦਿੰਦੀਆਂ ਹਨ, ਇੱਕ ਲਹਿਰ ਆਂਦੀ ਹੈ ਉਹ ਲੱਕੜੀਆਂ ਨੂੰ ਫਿਰ ਜਾ ਕੇ ਸਮੁੰਦਰ ਦੇ ਵਿੱਚ ਮਿਲਾ ਦਿੰਦੀ ਹੈ। ਉਸ ਤਰੀਕੇ ਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਵੀ ਕੀ ਹੈ, ਇੱਕ ਕਰਮਾਂ ਦੀ ਲਹਿਰ ਆਂਦੀ ਹੈ, ਉਹ ਸਾਰੇ ਰਿਸ਼ਤਿਆਂ ਨਾਤਾਂ ਨੂੰ ਇਕੱਠਾ ਕਰ ਦਿੰਦੀ ਹੈ, ਆਪਾਂ ਸਾਰੇ ਇਕੱਠੇ ਹੋ ਜਾਂਦੇ ਹਨ, ਆਪਾਂ ਸੋਚਦੇ ਹਾਂ ਇਹ ਸਾਡੇ ਰਿਸ਼ਤੇ ਨਾਤੇ ਹਨ। ਫਿਰ ਕੋਈ ਕਰਮਾਂ ਦੀ ਲਹਿਰ ਆਂਦੀ ਹੈ
ਫਿਰ ਲੜਾਈ ਝਗੜਾ ਹੋ ਕੇ ਫਿਰ ਉਹ ਰਿਸ਼ਤੇ ਅਲੱਗ ਹੋ ਜਾਂਦੇ ਹਨ, ਸਾਡਾ ਜਿਹੜਾ ਸਾਥ ਹੁੰਦਾ ਹੈ ਉਹ ਕੱਟ ਜਾਂਦਾ ਹੈ। ਤਾਂ ਭਾਈ ਇੱਥੇ ਤਾਂ ਕੁਝ ਵੀ ਜਿਹੜਾ ਕੁਝ ਹੈ ਉਹ ਸਾਰਾ ਕੁਝ ਕਰਮਾਂ ਦੀ ਖੇਡ ਹੈ, ਕਰਮਾਂ ਕਰਕੇ ਹੋ ਰਿਹਾ ਹੈ। ਤਾਂ ਕਰਕੇ ਕਿਹਾ ਜਾਂਦਾ ਹੈ ਕਿ ਇਸ ਧਰਤੀ ਤੇ ਵੀ ਸਾਡਾ ਕੋਈ ਨਹੀਂ ਹੈ। ਆਪਾਂ ਜੇ ਆਪਣੇ ਸਰੀਰ ਦੀ ਗੱਲ ਵੀ ਕਰੀਏ ਤਾਂ ਇਹ ਵੀ ਸਾਡਾ ਨਹੀਂ ਹੈ, ਇਹ ਵੀ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਕੇ ਮਿੱਟੀ ਜਾਂ ਫਿਰ ਆਗ ਦੇ ਵਿੱਚ ਮਿਲ ਕੇ ਰਾਖ ਹੋ ਜਾਊਗਾ। ਫਿਰ ਸਾਡਾ ਹੈ ਕੀ? ਸਾਡਾ ਸਿਰਫ ਉਹ ਆਤਮਾ ਹੈ ਤੇ ਉਹ ਪਰਮਾਤਮਾ ਹੈ ਤੇ ਉਹਦਾ ਨਾਮ ਹੈ ਰਾਮ ਗਇਓ ਰਾਵਣ ਗਇਓ ਜਾਕੋ ਸਗਲ ਪਰਿਵਾਰ। ਕਿ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਪੀਰ ਪੈਗੰਬਰ ਦੇਵੀ ਦੇਵਤਾ ਇਸ ਧਰਤੀ ਤੋਂ ਗਏ ਹਨ, ਸਾਡੀ ਕੀ ਹਸਤੀ ਹੋ ਸਕਦੀ ਹੈ ਉਹਨਾਂ ਦੇ ਅੱਗੇ? ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੁਜ਼ੂਰ ਜੀ ਨੇ ਤੇ ਸਾਨੂੰ ਸਮਝਣਾ ਹੈ। ਸਾਨੂੰ ਇਹ ਨਹੀਂ ਕਿ ਆਪਾਂ ਕਰੀਏ। ਆਪ ਜੀ ਨੇ ਸਮਝਾਇਆ ਕਿ ਇਹ ਜਿਹੜੇ ਸ਼ਬਦ ਹਨ ਇਹ ਕਿਸੇ ਇੱਕ ਪਾਰਟਿਕੂਲਰ ਕਮਿਊਨਿਟੀ ਕੇ ਲਈ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਵਿਚਾਰ ਹਨ, ਇਹ ਜਿਹੜੇ ਬਾਣੀਆਂ ਹਨ, ਇਹ ਸਾਰਿਆਂ ਦੇ ਲਈ ਬਰਾਬਰ ਹਨ। ਇਹ ਜਿਹੜਾ ਉਪਦੇਸ਼ ਹੈ ਚੌਵਰਣੋਂ ਕੋ ਸਾਂਝਾ, ब्राह्मण क्षत्रिय वैश्य शूद्र चौवर्णों को साझा। कि उत्थे सिर्फ साडी पहचान होवेगी, साडे नाम दी पहचान होवेगी। उत्थे अमला दे होने ने ना बेड़े, उत्थे सिर्फ उस चीज दी पहचान होवेगी। ये जड़ियां चीजां हन इत्थे दे इत्थे धरी रह जावेगी। आप जी ने समझाया कि जे आपां उस नाम दी कदर करांगे ਤਾਂ ਭਾਈ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਬਣ ਸਕਦੀ ਹੈ। ਆਪ ਜੀ ਨੇ ਐਗਜ਼ਾਮਪਲ ਲੈਂਦਾ ਕਿ ਦੇਖੋ ਆਪਾਂ ਕਿਸੇ ਗੱਡੀ ਦੇ ਵਿੱਚ ਜਾਂਦੇ ਹਾਂ, ਜੇ ਆਪਾਂ ਨੂੰ ਇਹ ਪਤਾ ਹੋਵੇ ਕਿ ਜਿਹੜਾ ਗੱਡੀ ਚਲਾ ਰਿਹਾ ਹੈ ਉਹਨੂੰ ਗੱਡੀ ਚਲਾਣੀ ਨਹੀਂ ਆਉਂਦੀ, ਤਾਂ ਭਾਈ ਕੀ ਆਪਾਂ ਉਸ ਗੱਡੀ ਦੇ ਵਿੱਚ ਬੈਠਾਂਗੇ? ਨਹੀਂ ਬੈਠਾਂਗੇ। ਲੇਕਿਨ ਉਸੇ ਤਰੀਕੇ ਦੇ ਨਾਲ ਜਦ ਆਪਾਂ ਸੋਚਦੇ ਹਾਂ ਕਿ ਇਹ ਜਿਹੜੀ ਪੂਰੀ ਦੁਨੀਆ ਹੈ ਉਹਨੂੰ ਚਲਾਉਣ ਵਾਲਾ ਸਿਰਫ ਇੱਕ ਨਾਮ ਹੈ, ਨਾਮ ਇਸ ਦੁਨੀਆ ਨੂੰ ਚਲਾ ਰਿਹਾ ਹੈ, ਨਾਮ ਦੇ ਵਿੱਚ ਇਹ ਸਾਰਾ ਕੁਝ ਉਹ ਤਾਕਤ ਹੈ ਜਿਹੜਾ ਇਸ ਸ੍ਰਿਸ਼ਟੀ ਦੀ ਜਿਹੜੀ ਪੂਰੀ ਰਨਿੰਗ ਕੈਪੈਸਿਟੀ ਹੈ ਉਹ ਨਾਮ ਦੇ ਜ਼ਰੀਏ ਚੱਲ ਰਹੀ ਹੈ। ਨਾਮੋ ਉਪਜੈ ਨਾਮੋ ਬਿਨਸੈ, ਕਿ ਨਾਮ ਦੇ ਜ਼ਰੀਏ ਹੀ ਸਾਰਾ ਕੁਝ ਚੱਲ ਰਿਹਾ ਹੈ। ਆਪਾਂ ਨੇ ਉਸ ਨਾਮ ਦਾ ਸਹਾਰਾ ਲੈਣਾ ਹੈ। ਨਾਮ ਦਾ ਸਹਾਰਾ ਲਿਆਂਗੇ, ਨਾਮ ਦੇ ਸਹਾਰੇ ਦੇ ਨਾਲ ਚਲਾਂਗੇ ਤਾਂ ਜਾ ਕੇ ਸਾਨੂੰ ਉਹ ਅਵਸਥਾ ਪ੍ਰਾਪਤ ਹੋਵੇਗੀ ਜਦ ਜਾ ਕੇ ਆਪਾਂ ਇੱਕ ਬਣ ਜਾਵਾਂਗੇ। ਉਸ ਪਰਮਾਤਮਾ ਦੀ ਝੋਲੀ ਦੇ ਵਿੱਚ ਸਾਡਾ ਜਿਹੜਾ ਸਾਰਾ ਕੁਝ ਹੈ ਉਹ ਮਿਲ ਜਾਵੇਗਾ। ਲੇਕਿਨ ਹੋਵੇਗਾ ਭਜਨ ਸਿਮਰਨ ਦੇ ਨਾਲ, ਸਾਡੀ ਕਰਨੀ ਦੇ ਨਾਲ। ਹੁਣ ਸੰਤ ਮਹਾਤਮਾ ਸਾਡੇ ਅੱਗੇ ਕੋਈ ਵੈਰ ਵਿਰੋਧ ਨਹੀਂ ਰੱਖਦੇ ਕਿ ਆਪਾਂ ਆਪਣੇ ਰਿਸ਼ਤੇ ਨਾਤਿਆਂ ਨੂੰ ਅਲੱਗ ਕੱਟ ਦਈਏ। ਉਹ ਸਾਡੇ ਸਾਹਮਣੇ ਸੱਚਾਈ ਰੱਖਦੇ ਹਨ ਕਿ ਇਹਨਾਂ ਦੇ ਨਾਲ ਨਾਲ ਇੱਕ ਉਹ ਰਿਸ਼ਤਾ ਵੀ ਹੈ ਜਿਹੜਾ ਇਹਨਾਂ ਸਾਰਿਆਂ ਤੋਂ ਉੱਤੇ ਹੈ। ਉਹ ਹੁੰਦਾ ਹੈ ਉਸ ਪ੍ਰੇਮ ਦਾ ਰਿਸ਼ਤਾ, ਉਸ ਪਰਮਾਤਮਾ ਦਾ ਰਿਸ਼ਤਾ। फिर आपने आखिरी कड़ी दे विच समझाया, अभी समझ देर मत करियो, जाने क्या हो इस पन में, यो समझाए कहे राधा स्वामी, मानो एक बचन में। फिर आपने समझाया कि आप नू ये जिहड़ी चीज है ये प्रोकास्टिनेशन दे विच नहीं लैके जानी है कि आप कल समझ लेंगे या परसों समझ लेंगे। अभी समझ देर मत करियो। आप जी ने समझाया कि दुनिया का कुछ नहीं पता कद सानू इत्थे तो जाना पै जे, तां करके सानू समझा रहे हैं कि हुणे ही सानू समझना है, अज तो ही सानू उस चीज की शुरुआत करनी है। ये जिहड़ी प्रेरणा है लेनी है। पता नहीं क्या हो इस पन में, आपां नहीं जानते। लाइफ इज अनप्रडिक्टेबल, आपां नहीं जानते आगे की होने वाला है। तां करके सानू समझा रहे हैं कि यो समझाए कहे राधा स्वामी, मानो एक बचन में, कि सानू भाई समझना है, एक बचन से समझना है। वो बचन की है नाम, नाम दे जरिए होवेगा। उस नाम दे जरिए ही आप उस परमात्मा नू पा सकते हैं। बाकी जड़ियां चीजां हन वो इत्थे दी इत्थे तरी रह जाएगी। आपां नू चाहिदा है कि आप एक बैलेंस अप्रोच दे विच जाके उस मालिक नू भी याद करिए। आप जी ने समझाया कि दिन दे विच 24 घंटे हुंदे हन। जे आपां 24 घंटे विचों एक घंटा जिहड़ा 2.5 घंटे का सब वक्त सानू दिता गया है आपां वो भी निभा लेंगे, वो भी साडे ਲਈ बेहतर है। आप जी ने समझाया कि आपां ने उस चीज नू प्रोकास्टिनेशन दे विच लैके नहीं जाना है, उन्होंने डिले नहीं करना है। आपां ने बड़े सोच समझ दे नाल सारियां चीजां नू करदे होए नाम दे लागे लगना है। आपां करांगे तां उस मालिक तक पहुंच जावांगे, नहीं तां भाई इत्थे ते इत्थे ही तरे रह जावांगे। आप जी ने कहा दुनिया दी वल वेख लईए,
ਵੱਡੀ ਤੋਂ ਵੱਡੀ ਬਿਮਾਰੀ ਦੇ ਨਾਲ ਲੋਕ ਤਰਸ ਰਹੇ ਹਨ। ਤੁਸੀਂ ਆਪ ਜੀ ਨੇ ਸਮਝਾਇਆ ਕਿ ਜਿਸ ਚਿਹਰੇ ਦੇ ਉੱਤੇ ਆਪਾਂ ਮਾਣ ਕਰਦੇ ਹਾਂ, ਜਿਸ ਖੂਬਸੂਰਤੀ ਦੇ ਉੱਤੇ ਆਪਾਂ ਮਾਣ ਕਰਦੇ ਹਾਂ, ਜਿਸ ਪੈਸੇ ਦੇ ਉੱਤੇ ਆਪਾਂ ਨਾਜ਼ ਕਰਦੇ ਹਾਂ, ਜਰਾ ਹਸਪਤਾਲ ਦੀ ਹਾਲਤ ਜਾ ਕੇ ਵੇਖ ਲਓ, ਤੁਹਾਨੂੰ ਸਮਝ ਆ ਜਾਵੇਗਾ। ਜਿਸ ਚਿਹਰੇ ਨੂੰ ਆਪਾਂ ਅੱਛੇ ਰੱਖਦੇ ਹਾਂ, ਉਹਦੇ ਵਿੱਚ ਕੋਈ ਬਿਮਾਰੀ ਹੋ ਜਾਵੇ, ਆਪਾਂ ਉਹਨਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ। ਉਹ ਜਿਹੜਾ ਪੈਸਾ ਹੈ ਜਿਹਨੂੰ ਆਪਾਂ ਇਕੱਠਾ ਕਰਦੇ ਹਾਂ, ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ, ਪੂਰੀ ਜ਼ਿੰਦਗੀ ਉਸ ਪੈਸੇ ਦੇ ਨਾਲ ਆਪਾਂ ਆਪਣੇ ਆਪ ਨੂੰ ਬਚਾ ਨਹੀਂ ਪਾਉਂਦੇ। ਉਹੀ ਪੈਸਾ ਫਿਰ ਸਾਡੇ ਬਿਮਾਰੀ ਬਣ ਜਾਂਦਾ ਹੈ, ਉਹੀ ਪੈਸਾ ਸਾਡੇ ਲਈ ਸਾਰੀ ਚੀਜ਼ਾਂ ਔਖਾ ਕਰ ਦਿੰਦਾ ਹੈ। ਤਾਂ ਭਾਈ ਸਾਨੂੰ ਤਾਂ ਬੜੇ ਪ੍ਰੇਮ ਔਰ ਪਿਆਰ ਦੇ ਨਾਲ ਲੱਗ ਕੇ ਉਸ ਮਾਲਿਕ ਨੂੰ ਅੱਗੇ ਰੱਖ ਕੇ ਆਪਣੀ ਚੀਜ਼ਾਂ ਨੂੰ ਕਰਨਾ ਹੈ। ਆਪ ਜੀ ਨੇ ਬੜਾ ਖੋਲ ਕੇ ਸਮਝਾਇਆ ਕਿ ਭਾਈ ਹੋਵੇਗਾ ਸਾਡੀ ਕੰਡੀ ਦੇ ਨਾਲ। ਇਹ ਜਿਹੜੀ ਦੁਨੀਆ ਹੈ ਇਹ ਝੂਠ ਦਾ ਦਰਵਾਜ਼ਾ ਹੈ ਔਰ ਕੁਝ ਨਹੀਂ ਹੈ। ਉਹ ਜਿਹੜੀ ਮੌਤ ਹੈ ਉਹ ਸਾਡਾ ਦਰਵਾਜ਼ਾ ਖਟਖਟਾ ਰਹੀ ਹੈ। ਸਾਨੂੰ ਭਾਈ ਆਪਣੀ ਜਿਹੜੀ ਤਿਆਰੀ ਹੈ ਉਹ ਮਾਲਿਕ ਦੇ ਲਈ ਕਰਨੀ ਹੈ। ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਮਾਲਿਕ ਦੇ ਜਿਹੜਾ ਭਜਨ ਸਿਮਰਨ ਹੈ ਉਸ ਨੂੰ ਕਰਨਾ ਹੈ। ਜੋ ਸਮਝਾਏ ਕਹੇ ਰਾਧਾ ਸੁਆਮੀ ਮਾਨੋ ਇੱਕ ਬਚਨ में। ਆਪ ਜੀ ਨੇ ਪੂਰਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਤਾਂ ਇਹ ਸੀਗੀ ਉੱਥੇ ਦੀ ਸਮਰੀ। ਸਾਨੂੰ ਵੀ ਭਾਈ ਪ੍ਰੇਰਣਾ ਲੈਣੀ ਹੈ। ਇਹ ਜਿਹੜੇ ਸਤਸੰਗ ਹਨ ਇਹ ਬਾਰ-ਬਾਰ ਬਾਣੀਆਂ ਨੂੰ ਲੈ ਕੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਵਚਨ ਆਪਾਂ ਦੀ ਜ਼ਿੰਦਗੀ ਦੇ ਵਿੱਚ ਲੱਗ ਜਾ ਤੇ ਆਪਾਂ ਭਜਨ ਸਿਮਰਨ ਦੇ ਵਿੱਚ ਲੱਗ ਜਾਈਏ। ਕਰਨਾ ਪਊਗਾ ਭਾਈ, ਕਰਨ ਦੇ ਨਾਲ ਹੋਵੇਗਾ। ਸੰਤਾਂ ਮਹਾਤਮਾ ਨੇ ਕੋਈ ਸਮਝਾਉਣ ਦੀ ਕਸਰ ਨਹੀਂ ਛੋਡੀ ਹੈ। ਸਮਝਣਾ ਸਾਨੂੰ ਹੈ। ਆਪਾਂ ਸਮਝਾਂਗੇ, ਚੀਜ਼ ਨੂੰ ਨਿਭਾਵਾਂਗੇ ਤਾਂ ਭਾਈ ਉਹ ਮਾਲਿਕ ਸਾਡਾ ਸਾਰਾ ਕੁਝ ਕਰੂਗਾ। ਲੇਕਿਨ ਜੇ ਸਿਰਫ ਇਸ ਤਰੀਕੇ ਦੇ ਨਾਲ ਹੀ ਚੀਜ਼ਾਂ ਚੱਲਦੀਆਂ ਰਹੀ ਤਾਂ ਭਾਈ ਫਿਰ ਬਹੁਤ ਪਿੱਛੇ ਰਹਿ ਜਾਵਾਂਗੇ। ਆਪਾਂ ਨੇ ਉਹਦੀ ਅਹਿਸਾਸ ਨੂੰ ਨਹੀਂ ਮਰਨ ਦੇਣਾ ਹੈ। ਆਪਾਂ ਨੇ ਭਗਤੀ ਕਰਕੇ ਦੇਣੀ ਹੈ ਤੇ ਖੁਸ਼ ਰਹਿਣਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਅਪਰੋਚ ਦੇ ਵਿੱਚ ਕਰਦੇ ਹੋਏ ਚੀਜ਼ਾਂ ਨੂੰ ਕਰਨਾ ਹੈ। ਇਹੀ ਸੰਤਾਂ ਮਹਾਤਮਾ ਦੀ ਸਿੱਖ ਹੈ। ਇਹ ਜਿਹੜਾ ਸ਼ਬਦ ਹੈ ਇਹ ਆਪ ਜੀ ਨੇ 150 ਸਾਲ ਪਹਿਲਾਂ ਸਵਾਮੀ ਜੀ ਮਹਾਰਾਜ ਨੇ ਲਿਖ ਦਿੱਤਾ ਸੀ। ਲੇਕਿਨ ਜੇ ਅੱਜ ਵੀ ਐਪਲੀਕੇਬਲ ਹੈ ਕਿਉਂਕਿ ਸੰਤਾਂ ਮਹਾਤਮਾ ਵਿਜ਼ਨਰੀ ਹੁੰਦੇ ਸੀ। ਉਹ ਜਾਣਦੇ ਸੀ ਕਿ ਦੁਨੀਆ ਕਿੱਥੇ ਜਾ ਕੇ ਫਸੇਗੀ। ਤਾਂ ਭਾਈ ਸਾਨੂੰ ਵੀ ਸਮਝਣਾ ਹੈ ਤੇ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਲੈ ਕੇ ਜਾਣਾ ਹੈ ਕਿ ਆਪਾਂ ਮਾਲਿਕ ਦੇ ਲਾਗੇ ਲੱਗ ਕੇ ਆਪਣਾ ਜੀਵਨ ਉਹਨਾਂ ਨੂੰ ਸੁਪੁਰਦ ਕਰ ਸਕੀਏ। ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਬੈਲੈਂਸ ਅਪਰੋਚ ਨੂੰ ਅਪਣਾਉਂਦੇ ਹੋਏ ਭਜਨ ਸਿਮਰਨ ਦੇ ਵਿੱਚ ਲੱਗਣਾ ਹੈ। ਤੇ ਇਹ ਸੀ ਕਿ ਸਮਰੀ। ਜਿੰਨਾ ਚਿਰ ਗੱਲ ਕਰੀਏ ਬਾਬਾ ਜੀ ਦੀ, ਬਾਬਾ ਜੀ ਨੇ ਲੰਡਨ ਦੇ ਵਿੱਚ ਪ੍ਰੋਗਰਾਮ ਕੀਤਾ। ਉੱਥੇ ਕੇਸਰ ਪਾਜੀ ਜਿਹੜੇ ਹੈਗੇ ਉਹਨਾਂ ਨੇ ਸ਼ਬਦ ਗਾਏ, ਕਵਾਲੀ ਗਾਈ। ਬਾਬਾ ਜੀ ਨੇ ਬੜੇ ਪਿਆਰ ਦੇ ਨਾਲ ਉੱਥੇ ਕਵਾਲੀ ਤੇ ਭਜਨ ਦਾ ਪ੍ਰੋਗਰਾਮ ਕੀਤਾ। ਆਪ ਜੀ ਸ਼ਾਮ ਦੇ ਵਕਤ ਈਵਨਿੰਗ ਦੇ ਵਿੱਚ ਉੱਥੇ ਸ਼ੈਡਿਊਲ ਹੁੰਦੇ ਨੇ ਲੰਡਨ ਦੇ ਵਿੱਚ ਤੇ ਆਪ ਉੱਥੇ ਕੰਡਕਟ ਕੀਤੇ। ਉੱਥੇ ਤੋਂ ਆਪ ਜੀ ਨੇ ਕੁਐਸਚਨ ਆਨਸਰ ਵੀ ਕੀਤੇ। ਜੇ ਕਿਸੇ ਨੇ ਸਾਡੇ ਨੂੰ ਭੇਜੇ ਕੁਐਸਚਨ ਆਨਸਰ ਤਾਂ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਤਦ ਤੱਕ ਆਪਾਂ ਭਜਨ ਸਿਮਰਨ ਕਰੀਏ ਤੇ ਬੜੇ ਖੁਸ਼ ਰਹੀਏ ਜੀ। राधा स्वामी जी। अभी समझ देर मत करियो, न जाने क्या हो इस पन में, यो समझाए कहे राधा स्वामी, मानो एक वचन